ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਰਜੀਵ ਭਾਸਕਰ, ਸੀਨੀਅਰ ਜਰਨਲਿਸਟ। ਭਾਸਕਰ ਸਾਹਿਬ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਪੰਜਾਬ ਦੀ ਪ੍ਰਸਿੱਧ ਦੋਗਾਣਾ ਜੋੜੀ ਆਤਮਾ ਸਿੰਘ ਅਮਨ ਰੋਜ਼ੀ। ਆਤਮਾ ਸਿੰਘ ਲਿਖਦੇ ਚੰਗਾ ਹੈ ਤੇ ਰੋਜ਼ੀ ਦੀ ਆਵਾਜ਼ ਬੜੀ ਬੁਲੰਦ ਹੈ। ਉਹ ਗਾਣਾ ਲਿਖਦੇ ਆ ਕਿ ਪਤਾ ਨਹੀਂ ਲੱਗਦਾ ਆਤਮਿਆਂ ਤਕਦੀਰ ਬਦਲਦੀ। ਦਾ ਬੜਾ ਪਾਪੂਲਰ ਗਾਣਾ ਹੋਇਆ ਪੰਜਾਬ ਦੀ ਰਾਜਨੀਤੀ ਤੇ, ਬੜਾ ਢੁਕਵਾਂ ਵਿਅੰਗ ਹੈ ਔਰ ਸੱਚਾਈ ਵੀ ਹੈ। ਖੈਰ, ਕੈਪਟਨ ਅਮਰਿੰਦਰ ਸਿੰਘ ਕੁਝ ਦਿਨ ਪਹਿਲਾਂ ਤੱਕ ਬਾਦਸ਼ਾਹ ਸੀ ਪੰਜਾਬ ਦੇ, ਔਰ ਅੱਜ ਸ਼ਾਇਦ ਉਗੈਰ ਪ੍ਰਸੰਗਿਕ ਜੇ ਹੋ ਗਏ ਨੇ। ਆਉਂਦੇ ਦਿਨਾਂ 'ਚ ਕੋਈ ਭਾਣਾ ਵਾਪਰ ਜੇ ਕਹਿ ਨਹੀਂ ਸਕਦੇ, ਪਰ 16 ਤਰੀਕ ਵਾਲੇ ਦਿਨ ਕਾਂਗਰਸ ਦੀ ਆਲਾ ਕਮਾਨ ਨੇ ਇੱਕ ਵਾਰੀ ਫਿਰ ਆਪਣੀ CWC ਮੀਟਿੰਗ ਸੱਦੀ ਆ। ਜ਼ੋਰ ਲੱਗਦਾ ਰਿਹਾ ਪਿਛਲੇ ਦਿਨਾਂ 'ਚ। ਕਪਿਲ ਸਿੱਬਲ ਨੇ ਕਿਹਾ ਸੀ ਪ੍ਰਧਾਨ ਤਾਂ ਕੋਈ ਹੈ ਨਹੀਂ, ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਕੌਣ ਬਦਲਦਾ ਤੇ ਸਿੱਧੂ ਨੂੰ ਕੌਣ ਲਾਈ ਜਾਂਦਾ ਹੈ, ਪਤਾ ਹੀ ਨਹੀਂ ਲੱਗਦਾ। ਹੁਣ 16 ਤਰੀਕ ਵਾਲੇ ਦਿਨ ਕਾਂਗਰਸ ਦੀ ਸਭ ਤੋਂ ਵੱਡੀ ਕਮੇਟੀ, ਫੈਸਲੇ ਲੈਣ ਵਾਲੀ ਉਹ ਜਮਾਤ, ਜਿਹਦੇ ਵਿੱਚ 23 ਲੋਕ ਤਾਂ ਸਿੱਧੇ ਹੀ ਪੁੱਠੇ ਪਾਸੇ ਨੂੰ ਤੁਰੇ ਫਿਰਦੇ ਆ, ਕੈਪਟਨ ਅਮਰਿੰਦਰ ਸਿੰਘ ਵੀ ਉਹਦੇ 'ਚ ਹੈ। ਐਤਕੀ ਜੇ ਉਹ ਦਖਲ ਦਿੰਦੇ ਆ, ਜਾਂਦੇ ਆ, ਤਾਂ ਕਿਹੋ ਜਿਹਾ ਜਾਣਗੇ? ਜੇ ਜਾਂਦੇ ਆ ਤਾਂ ਜਾਣ ਵੀ ਦੇਣਗੇ ਕਿ ਨਹੀਂ? ਲੇਕਿਨ ਦੂਜੇ ਬੰਨੇ ਅੱਜ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਦਾ ਵਿਆਹ ਸੀ। ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਹੁਤ ਬਿਹਤਰੀਨ ਸੰਦੇਸ਼ ਦੇ ਕੇ ਆਏ ਆ। ਚੰਗਾ ਲੱਗਿਆ ਕਿ ਸਾਨੂੰ ਸੱਦਾ ਤਾਂ ਵਿਆਹ ਦਾ ਦਿੱਤਾ ਜਾਂਦਾ ਹੈ। ਵਿਆਹ ਤਾਂ 20-25 ਮਿੰਟ ਦੇ ਵਿੱਚ ਕੁਝ ਜੀਆਂ ਨਾਲ ਗੁਰੂ ਘਰ 'ਚ ਹੁੰਦਾ, ਬਾਕੀ ਤਾਂ ਖਾਣ ਪੀਣ ਚੱਲਦਾ ਹੈ। ਜੇ ਵੱਡੇ ਲੋਕ ਇਹੋ ਜਿਹੇ ਸੰਦੇਸ਼ ਦੇਣ ਕਿ ਗੁਰੂ ਘਰ ਦੇ ਵਿੱਚ ਲੰਗਰ ਛਕ ਕੇ ਵਿਆਹ ਹੋਵੇ, ਕਿੰਨਾ ਵਧੀਆ ਹੋਵੇ। ਖੈਰ, ਪੰਜਾਬ ਨੇ ਬਹੁਤ ਸਾਰਾ ਸਰਮਾਇਆ ਇਹਨਾਂ ਫਜ਼ੂਲ ਖਰਚੀਆਂ ਤੇ ਵੀ ਲਾਇਆ ਹੈ। ਬਹੁਤ ਸਾਰੇ ਲੋਕਾਂ ਕੋਲ ਪੈਸਾ ਹੋਊਗਾ, ਲੇਕਿਨ ਬਹੁਮਤ ਪੈਸਾ ਨਹੀਂ ਨੱਕ ਰੱਖਣ ਲਈ ਕਰਦੇ ਆ। ਚਰਨਜੀਤ ਸਿੰਘ ਚੰਨੀ ਦੇ ਮੁੰਡੇ ਦੇ ਵਿਆਹ ਤੇ ਉਹਨਾਂ ਨੂੰ ਵਧਾਈ, ਲੇਕਿਨ ਇਸ ਗੱਲ ਦੀ ਜ਼ਿਆਦਾ ਵਧਾਈ ਕਿ ਉਹਨਾਂ ਨੇ ਇੱਕ ਨਵੀਂ ਪਿਰਤ ਪਾਈ ਆ। ਵੱਡੇ ਹੋ ਜਾਣਾ ਤੇ ਵੱਡੇ ਹੋਣ ਦੇ ਨਾਲ ਨਾਲ ਵੱਡੇ ਕੰਮ ਕਰਨੇ ਬੜਾ ਜ਼ਰੂਰੀ ਆ। ਹਾਲਾਂਕਿ ਉਹਨਾਂ ਨੂੰ ਯਾਦ ਕਰਾ ਦਈਏ, ਵਿਆਹ ਤੋਂ ਵਿਹਲੇ ਹੋ ਕੇ ਆ ਜਾਓ, ਪੰਜਾਬ ਉਡੀਕਦਾ ਹੈ। ਬੜਾ ਕੁਝ ਤੁਹਾਡੇ ਪੱਲੇ 2 ਮਹੀਨੇ 'ਚ ਬੜਾ ਦਿਖਾਉਣਾ ਪੈਣਾ। ਭਾਸਕਰ ਸਾਹਿਬ, ਨਵਜੋਤ ਸਿੰਘ ਸਿੱਧੂ ਦੇ ਨਾਲ ਚਿਹਰੇ ਬਦਲ ਰਹੇ ਆ। ਜਿਹੜਾ ਉਹਨਾਂ ਦਾ ਵਰਤ ਸੀਗਾ, ਵਰਤ ਦੇ ਵਿੱਚ ਵਿਜੇ ਇੰਦਰ ਸਿੰਗਲਾ ਤੇ ਰਾਜਕੁਮਾਰ ਚੱਬੇਵਾਲ, ਉਸ ਰਾਤ ਮੇਰੀ ਗੱਲ ਵੀ ਹੋਈ ਵਿਜੇ ਇੰਦਰ ਸਿੰਗਲਾ ਜੀ ਨਾਲ, ਔਰ ਉਹ ਵੀ ਵਰਤਤੇ ਸੀ। ਉਹਨਾਂ ਨੇ ਆਪ ਹੀ ਦੱਸਿਆ ਕਿ ਅਸੀਂ 3 ਲੋਕ ਵਰਤਤੇ ਹੈ। ਅੱਜ ਫਿਰ ਉਹ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ 'ਚ ਮੱਥਾ ਟੇਕਣ ਗਏ ਸੀ। ਉੱਥੇ ਵੀ ਇੱਕ ਨਵੀਂ ਤਰ੍ਹਾਂ ਦੀ ਇਕੁਏਸ਼ਨ ਹੋਈ ਆ। ਪੰਜਾਬ ਦੇ ਜਿਹੜੇ MP ਆ ਉਹਨਾਂ ਚੋਂ ਵੀ ਕੁਝ ਸਿੱਧੂ ਵੱਲ ਝੁਕਾਅ ਰੱਖ ਰਿਹਾ। ਇਹ ਵੀ ਦੇਖਣ ਦੀ ਗੱਲ ਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਤੁਰਨ ਵਾਲੇ ਜਿਹੜੇ ਲਵਾਰਸ ਜੇ ਲੱਗਦੇ ਕਾਂਗਰਸ 'ਚ, ਕੀ ਉਹਨਾਂ ਨੂੰ ਸਿੱਧੂ ਢਾਲ ਵਾਂਗ ਲੱਗਣ ਲੱਗੇ ਆ? ਸਿੱਧੂ ਕੈਂਪ ਦੇ ਵਿੱਚ ਕੁਝ ਨਵੇਂ ਆ ਰਹੇ ਆ, ਕੁਝ ਜਾ ਵੀ ਰਹੇ ਆ। ਸਮੀਕਰਨ ਬਦਲ ਰਹੇ ਆ, ਪੰਜਾਬ ਦੀ ਸਿਆਸਤ ਦਾ ਮੁਹਾਂਦਰਾ ਬਦਲ ਰਿਹਾ। ਸਭ ਤੋਂ ਪਹਿਲਾਂ CWC ਦੀ ਮੀਟਿੰਗ ਆ। ਕੈਪਟਨ ਅਮਰਿੰਦਰ ਸਿੰਘ ਉਹਦੇ ਮੈਂਬਰ ਨੇ। ਉਹ ਕਹਿ ਚੁੱਕਿਆ ਮੈਂ ਕਾਂਗਰਸ ਛੱਡ ਦੇਣੀ ਆ। ਛੱਡੀ ਅਜੇ ਹੈ ਨਹੀਂ। ਜਿੰਨਾ ਚਿਰ ਨਹੀਂ ਛੱਡੀ, ਉਹ ਅੰਦਰ ਜਾਣਗੇ ਕਿ ਨਹੀਂ, ਮੀਟਿੰਗ 'ਚ ਵੰਡ ਦਿੱਤੇ ਜਾਣਗੇ ਕਿ ਨਹੀਂ। G23 ਕੀ ਕਰੂਗੀ? ਪੰਜਾਬ ਨੂੰ ਲੈ ਕੇ ਕਿਹੜੇ ਫੈਸਲੇ ਹੋਣਗੇ? ਰੌਲਾ ਪਊਗਾ ਕਿ ਰਾਹੁਲ ਗਾਂਧੀ ਨੂੰ ਮੁੜ ਕੇ ਪ੍ਰਧਾਨ ਬਣਾਤਾ ਜਾਊਗਾ ਕਾਂਗਰਸ ਦਾ? ਔਰ ਜਿਹੜੇ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਦੇ ਰਣਨੀਤੀਕਾਰ ਬਣਦੇ ਜਾ ਰਹੇ ਸੀ, ਉਹਨਾਂ ਨੂੰ ਕਾਂਗਰਸ 'ਚ ਵੱਡੀ ਜਗ੍ਹਾ ਮਿਲਣ ਵਾਲੀ ਸੀ, ਉਹ ਇਹ ਕਹਿ ਕੇ ਕਿ ਢਾਂਚਾਗਤ ਸਮੱਸਿਆਵਾਂ ਬਹੁਤ ਨੇ, ਕਾਂਗਰਸ ਤੋਂ ਬਹੁਤੀ ਉਮੀਦ ਰੱਖਣ ਵਾਲੇ ਭਰਮ 'ਚ ਹੋਣਗੇ। ਇਹਦੇ ਉੱਤੇ ਵੀ ਚਰਚਾ ਹੋਊਗੀ, ਤੇ ਜੇ ਚਰਚਾ ਹੋਊਗੀ ਤੇ ਨਿੱਠ ਕੇ ਹੋਊਗੀ। ਗਾਂਧੀ ਪਰਿਵਾਰ ਨੂੰ ਕਿੰਨੇ ਵਿਰੋਧ ਦਾ ਸਾਹਮਣਾ ਕਰਨਾ ਪਊਗਾ, ਕਿੰਨਾ ਧੜਿਆਂ 'ਚ ਵੰਡ ਕੇ ਲੜਨਗੇ ਕਾਂਗਰਸੀ, ਖੋਲ ਕੇ ਦੱਸਿਓ ਜ਼ਰਾ। ਰੰਧਾਵਾ ਜੀ, ਜਦ ਇਹ ਮੰਗ ਉੱਠੀ ਸੀਗੀ ਕਿ CWC ਦੀ ਮੀਟਿੰਗ ਬੁਲਾਈ ਜਾਏ, ਉਸ ਟਾਈਮ G23 ਦੇ ਲੀਡਰਾਂ ਨੂੰ ਵੀ ਨਹੀਂ ਪਤਾ ਸੀਗਾ ਵੀ ਇੰਨੀ ਛੇਤੀ ਬੁਲਾ ਲਿੱਤੀ ਜਾਏਗੀ। ਜਦ ਸੁਰਜੇਵਾਲੇ ਉਹਨਾਂ ਨੇ ਬਿਆਨ ਦਿੱਤਾ ਸੀਗਾ ਕਿ ਬੜੀ ਛੇਤੀ CWC ਦੀ ਮੀਟਿੰਗ ਹੋਏਗੀ, ਉਹ ਅਕਤੂਬਰ ਦੇ ਮਹੀਨੇ ਯਾਨੀ 16 ਤਰੀਕ ਨੂੰ ਹੀ ਹੋ ਜਾਏਗੀ, ਇਸ ਗੱਲ ਦਾ ਵੀ ਅੰਦਾਜ਼ਾ ਨਹੀਂ ਸੀ। ਇਸ ਗੱਲ ਦੀ ਅਨਾਉਂਸਮੈਂਟ ਤੋਂ ਇਹ ਗੱਲ ਤੇ ਸਾਫ਼ ਹੈ ਕਿ ਕਾਂਗਰਸ ਦੀ ਹਾਈ ਕਮਾਨ, ਭਾਵੇਂ ਓਫੀਸ਼ੀਅਲ ਤੌਰ ਤੇ ਰਾਹੁਲ ਗਾਂਧੀ ਹਜੇ ਪ੍ਰਧਾਨ ਨਹੀਂ ਹੈਗੇ ਜਾਂ ਪ੍ਰਿਯੰਕਾ ਗਾਂਧੀ ਸਿਰਫ ਜਨਰਲ ਸੈਕਟਰੀ ਹੈਗੀ, ਉਹ ਵੀ ਯੂਪੀ ਤੱਕ ਸੀਮਿਤ ਹੈਗੀ ਹੈ, ਪਰ CWC ਦਾ ਮੀਟਿੰਗ ਦਾ ਬੁਲਾਇਆ ਜਾਣਾ ਔਰ ਉਹਦੇ ਵਿੱਚ ਜਿਹੜੇ ਵੀ ਮੁੱਦੇ, ਭਾਵੇਂ G23 ਜਾਂ 24 ਕਹੀਏ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵੀ ਉਹਨਾਂ ਦੇ ਨਾਲ ਬਿਲਕੁਲ ਰਲੇ ਹੋਏ ਲੱਗਦੇ ਨੇ। ਪਿਛਲੀ ਵਾਰ ਜਦ ਕੈਪਟਨ ਅਮਰਿੰਦਰ ਸਿੰਘ ਦਿੱਲੀ ਗਏ ਸੀਗੇ, ਤੇ ਕਿਹਾ ਜਾਂਦਾ ਸੀਗਾ ਕਿ ਉਹਨਾਂ ਦੀ ਮੁਲਾਕਾਤ ਅੰਬਿਕਾ ਸੋਨੀ ਨਾਲ ਵੀ ਹੋਈ ਔਰ ਕਪਿਲ ਸਿੱਬਲ ਨਾਲ ਵੀ ਹੋਈ, ਔਰ ਕਪਿਲ ਸਿੱਬਲ ਉਹਨਾਂ ਦੇ ਰੁਖ ਤੋਂ ਇਹ ਗੱਲ ਸਾਫ਼ ਹੋ ਗਈ ਸੀ ਕਿ ਉਹ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਲਾਏ ਜਾਣ ਦਾ ਮੁੱਦਾ G23 CWC ਮੀਟਿੰਗ ਦੇ ਵਿੱਚ ਪੁਰਜ਼ੋਰ ਤਰੀਕੇ ਨਾਲ ਰੱਖੇਗਾ। ਹੁਣ G23 ਦੀ ਇਸ ਕਵਾਇਦ ਦੇ ਵਿੱਚ ਮੀਟਿੰਗ ਦਾ ਬੁਲਾਇਆ ਜਾਣਾ, ਔਰ ਉਹਨਾਂ ਦਾ ਵੱਡਾ ਸਵਾਲ ਜਿਹੜਾ ਕਪਿਲ ਸਿੱਬਲ ਉਹਨਾਂ ਨੇ ਕੀਤਾ ਸੀਗਾ ਕਿ ਇਹ ਫੈਸਲੇ
ਜਿਸ ਫੈਸਲੇ ਦੇ ਅੰਤਰਗਤ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਟਾਇਆ ਗਿਆ, ਉਹ ਫੈਸਲੇ ਲੈ ਕੌਣ ਰਿਹਾ? ਕਿਉਂਕਿ ਕਾਰਿਆਕਾਰੀ ਪ੍ਰਧਾਨ ਸੋਨੀਆ ਗਾਂਧੀ ਇੰਨੀ ਐਕਟਿਵ ਨਹੀਂ ਹੈਗੀ ਔਰ ਨਾ ਹੀ ਕਿਸੇ ਫੈਸਲੇ ਦੇ ਵਿੱਚ ਉਹ ਹਿੱਸੇਦਾਰ ਬਣਦੀ ਹੈ। ਤੇ ਸਾਫ਼ ਤੌਰ ਤੇ ਸਵਾਲੀਆ ਚਿੰਨ੍ਹ ਸੀਗੇ ਰਾਹੁਲ ਗਾਂਧੀ ਦੇ ਉੱਤੇ, ਪ੍ਰਿਯੰਕਾ ਗਾਂਧੀ ਦੇ ਉੱਤੇ, ਤੇ ਤੀਜੇ ਪਾਸੇ ਇਹ ਸਵਾਲੀਆ ਨਿਸ਼ਾਨ ਕਿਸੇ ਨਾ ਕਿਸੇ ਜਗ੍ਹਾ ਪ੍ਰਸ਼ਾਂਤ ਕਿਸ਼ੋਰ ਦੇ ਉੱਤੇ ਵੀ ਲੱਗਦੇ ਸੀਗੇ। ਇੱਕ ਨਵੀਂ ਕਾਂਗਰਸ ਬਣਾਉਣ ਦੀ ਕਵਾਇਦ ਚੱਲੀ ਸੀਗੀ। ਨਵੀਂ ਕਾਂਗਰਸ ਦੇ ਸੂਤਰਧਾਰ ਬਣੇ ਸੀਗੇ ਪ੍ਰਸ਼ਾਂਤ ਕਿਸ਼ੋਰ, ਕਨ੍ਹਈਆ ਕੁਮਾਰ, ਜਿਗਨੇਸ਼ ਦਾ ਪਾਰਟੀ ਦੇ ਵਿੱਚ ਆਣਾ ਔਰ ਆਂਦੇ ਹੀ ਉਹਨਾਂ ਨੂੰ ਸਟਾਰ ਪ੍ਰਚਾਰਕ ਦੇ ਰੂਪ ਵਿੱਚ ਜਿਹੜੇ ਬਾਈ ਇਲੈਕਸ਼ਨ ਹੈਗੇ ਆ ਉਸ ਲਿਸਟ ਦੇ ਵਿੱਚ ਵੀ ਕਨ੍ਹਈਆ ਕੁਮਾਰ ਦਾ ਨਾਂ ਹੋਣਾ। ਕਿਸੇ ਨਾ ਕਿਸੇ ਜਗ੍ਹਾ ਜਿਹੜੀ ਨਵੀਂ ਕਾਂਗਰਸ ਦੀ ਗੱਲ ਰਾਹੁਲ ਗਾਂਧੀ ਉਹਨਾਂ ਕਰਦੇ ਆ। ਔਰ ਉਸ ਤੋਂ ਪਹਿਲੇ ਯਾਦ ਕਰੋ, ਜਦ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕਾਂਗਰਸ ਦੇ ਵਿੱਚ ਟਸਲ ਚੱਲ ਰਹੀ ਸੀਗੀ, ਤਦ ਵੀ ਉਹਨਾਂ ਨੇ ਇੱਕ ਮੈਸੇਜ ਦਿੱਤਾ ਸੀਗਾ ਰਾਹੁਲ ਗਾਂਧੀ ਉਹਨਾਂ ਨੇ ਵੀਡੀਓ ਦੇ ਰਾਹੀਂ ਕਿ ਜਿਹੜੇ ਲੋਕ RSS ਤੋਂ ਡਰਦੇ ਨੇ ਉਹ ਕਾਂਗਰਸ ਛੱਡ ਸਕਦੇ ਨੇ। ਯਾਨੀ ਉਹ ਕਿਸੇ ਨਾ ਕਿਸੇ ਜਗ੍ਹਾ, ਅਸੀਂ ਪੰਜਾਬ ਵਿੱਚ ਬੈਠੇ ਹਾਂ ਤੇ ਸਾਨੂੰ ਲੱਗਦਾ ਸੀਗਾ ਵੀ ਇਹ ਸੰਦੇਸ਼ ਕੈਪਟਨ ਅਮਰਿੰਦਰ ਸਿੰਘ ਵਾਸਤੇ ਹੈਗਾ ਵੀ ਸੀਗਾ, ਔਰ ਉਹ ਸੰਦੇਸ਼ G23 ਵਾਸਤੇ ਵੀ ਸੀਗਾ। ਹੁਣ ਇਸ G23 ਦੀ ਮੀਟਿੰਗ ਜਿਹੜੀ ਹੋਣ ਜਾ ਰਹੀ ਹੈ DCWC ਦੀ, ਉਹਦੇ ਵਿੱਚ ਪਟਾਕੇ ਤੇ ਪੈਣਗੇ। ਇਹ ਕੋਈ ਸੌਖੀ ਮੀਟਿੰਗ ਨਹੀਂ ਹੋਣੀ, ਕਿਉਂਕਿ ਇਸ ਮੀਟਿੰਗ ਦੇ ਵਿੱਚ ਇਸ ਗੱਲ ਦੀ ਵੀ ਤਿਆਰੀਆਂ ਹੋ ਰਹੀਆਂ ਕਿ ਰਾਹੁਲ ਗਾਂਧੀ ਨੂੰ ਦੁਬਾਰਾ ਪ੍ਰਧਾਨ ਬਣਾਉਣ ਵਾਸਤੇ ਕੁਝ ਲੋਕ ਪ੍ਰਪੋਜ਼ ਕਰਨਗੇ। ਸਲਮਾਨ ਖੁਰਸ਼ੀਦ ਦਾ ਹੁਣੇ ਬਿਆਨ ਆ ਕੇ ਹਟਿਆ ਕਿ ਰਾਹੁਲ ਗਾਂਧੀ ਨੂੰ ਕਾਂਗਰਸ ਦੀ ਪ੍ਰਧਾਨਗੀ ਲੈ ਲੈਣੀ ਚਾਹੀਦੀ ਹੈ। 2019 ਦੇ ਵਿੱਚ ਜਦ ਕਾਂਗਰਸ ਨੈਸ਼ਨਲ ਪੱਧਰ ਤੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਹਾਰੀ ਸੀਗੀ, ਤੇ ਇਸ ਗੱਲ ਤੋਂ ਮਾਯੂਸ ਹੋ ਕੇ ਉਹਨਾਂ ਨੇ ਵੀ ਉਹ ਪ੍ਰਧਾਨਗੀ ਛੱਡਦੀ ਸੀ, ਜਿੱਦਾਂ ਹੁਣੇ ਸਿੱਧੂ ਉਹਨਾਂ ਨੇ ਛੱਡੀ ਹੈ। ਕਿਉਂਕਿ ਜਦ ਸਿੱਧੂ ਉਹਨਾਂ ਨੇ ਪ੍ਰਧਾਨਗੀ ਛੱਡੀ ਸੀ, ਉਸ ਗੱਲ ਦੇ ਉੱਤੇ ਵੀ ਲੋਕਾਂ ਨੂੰ ਬੜੀ ਹੈਰਾਨੀ ਹੋਈ ਸੀ ਵੀ ਛੱਡ ਕਿਉਂ ਦਿੱਤੀ। ਅੱਗੇ ਕੰਮ ਕਰਕੇ ਰਿਕਵਰੀ ਕਰਨੀ ਸੀਗੀ। ਜੇ ਚੰਨੀ ਉਹਨਾਂ ਨੂੰ ਮੁੱਖ ਮੰਤਰੀ ਬਣਾ ਹੀ ਦਿੱਤਾ ਹੈ ਤੇ ਚੰਨੀ ਉਹਨਾਂ ਤੋਂ ਕੰਮ ਕਰਾਓ। ਏਜੰਡੇ ਤੁਹਾਡੇ ਉਹੀ ਨੇ। ਚੰਨੀ ਸਾਹਿਬ ਵੀ ਕਹਿੰਦੇ ਹੋਏ ਸੁਣੇ ਗਏ ਨੇ ਕਿ ਉਹਨਾਂ 18 ਨੁਕਾਤੀ ਪ੍ਰੋਗਰਾਮ ਦੇ ਉੱਤੇ ਸਭ ਤੋਂ ਪਹਿਲੇ ਕੰਮ ਹੋਏਗਾ। ਉਹੀ ਕੁਝ ਹਾਲ ਰਾਹੁਲ ਗਾਂਧੀ ਦਾ ਵੀ ਸੀਗਾ। ਭਾਵੇਂ ਇਲੈਕਸ਼ਨ ਹਾਰ ਗਏ ਸੀਗੇ, ਹਾਰ ਦੀ ਰਿਸਪੌਂਸਿਬਿਲਿਟੀ ਲੈਂਦੇ ਹੋਏ ਉਹਨਾਂ ਨੇ ਰਿਜ਼ਾਈਨ ਦਿੱਤਾ ਸੀਗਾ, ਪਰ ਉਹਦਾ ਸੁਧਾਰ, ਉਹ ਰਿਫਾਰਮਸ, ਉਹ ਕਾਰਗੁਜ਼ਾਰੀ ਜਿਹੜਾ ਕਾਂਗਰਸ ਨੂੰ ਹੋਰ ਜ਼ਿਆਦਾ ਸਟਰੈਂਥਨ ਕਰਨ ਵਾਸਤੇ ਚਾਹੀਦੀ ਸੀਗੀ, ਉਸ ਤੋਂ ਕਿਸੇ ਨਾ ਕਿਸੇ ਜਗ੍ਹਾ ਉਹ ਪਾਸੇ ਹੁੰਦੇ ਨਜ਼ਰ ਆ ਰਹੇ ਸੀ। ਪਰ ਜਿਹੜੀ ਚੀਜ਼ ਹੁਣ ਪਹਿਲੇ ਉਹਨਾਂ ਨੇ ਛੱਡੀ ਸੀਗੀ, ਉਹਨੂੰ ਦੁਬਾਰਾ ਹਾਸਿਲ ਕਰਨ ਵਾਸਤੇ ਕਾਫੀ ਜ਼ਿਆਦਾ ਉਹਨਾਂ ਨੂੰ ਮਿਹਨਤ ਕਰਨੀ ਪੈ ਰਹੀ ਹੈ। ਭਾਸਕਰ ਸਾਹਿਬ, ਇਹਦੇ 'ਚ ਇੱਕ ਚੀਜ਼ ਸ਼ਾਮਲ ਕਰਨੀ ਬਣਦੀ ਹੈ ਕਿ ਕੀ ਰਾਹੁਲ ਗਾਂਧੀ ਐਸੇ ਕਿਸੇ ਪ੍ਰਪੋਜ਼ਲ ਨੂੰ ਸਵੀਕਾਰ ਕਰਨਗੇ ਕਿ ਨਹੀਂ। ਅਜੇ ਤੱਕ ਉਹ ਅਹੁਦਿਆਂ ਤੋਂ ਭੱਜਦੇ ਨਜ਼ਰ ਆਏ ਆ। ਉਹਨਾਂ ਨੂੰ ਭਗੌੜੇ ਵੀ ਕਿਹਾ ਗਿਆ, ਉਹ ਪਾਰਟ ਟਾਈਮਰ ਪੋਲੀਟੀਸ਼ੀਅਨ ਵਜੋਂ ਵੀ ਖਿਤਾਬੇ ਗਏ ਆ। ਇਸ ਤੋਂ ਵੀ ਅਗਲੀ ਗੱਲ ਆ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਪੀੜ੍ਹੀ ਪਰਿਵਰਤਨ ਦੀ ਕਵਾਇਦ ਸੀ, ਜਿਹੜੀ ਅਸ਼ੋਪਲੇ ਜੇ ਅੱਗੇ ਵਧਾਈ ਜਾ ਰਹੀ ਸੀ, ਹਾਲਾਂਕਿ ਰਾਹੁਲ ਗਾਂਧੀ ਕੋਲ ਅਹੁਦਾ ਨਹੀਂ ਕੋਈ, ਉਹ ਮੈਂਬਰ ਨੇ ਜਸਟ, ਔਰ ਕਾਰਜਕਾਰਨੀ ਦੇ। ਉਸ ਤੋਂ ਇਲਾਵਾ ਉਹ ਸਾਰੇ ਫੈਸਲਿਆਂ ਦੇ ਵਿੱਚ ਪ੍ਰਭਾਵੀ ਸੀ ਕਿ ਸ਼੍ਰੀਮਤੀ ਸੋਨੀਆ ਗਾਂਧੀ ਕਿਤੇ ਨਜ਼ਰ ਨਹੀਂ ਆਏ। ਦੋਨੇ ਭੈਣ ਭਰਾ ਫੈਸਲੇ ਲੈ ਰਹੇ ਸੀ। ਪੂਰੀ ਤਰ੍ਹਾਂ ਪੀੜ੍ਹੀ ਪਰਿਵਰਤਨ ਕੀਤਾ ਜਾ ਰਿਹਾ ਸੀ। ਇਸੇ ਹੀ ਟੀਸ ਨੇ, ਇਸੇ ਹੀ ਪੀੜ ਨੇ G23 ਦੇ ਜਿਹੜੇ ਉਮਰਦਰਾਜ ਆਗੂ ਆ, ਜਿਨ੍ਹਾਂ ਦੇ ਵਿੱਚ ਆਨੰਦ ਸ਼ਰਮਾ ਤੋਂ ਲੈ ਕੇ ਕਪਲ ਸਿੱਬਲ, ਪੀ ਚਿਦੰਬਰਮ, ਉਹ ਸਾਰੇ ਦੇ ਸਾਰੇ ਅੱਗ ਬਬੂਲੇ ਸੀਗੇ ਕਿ ਅਸੀਂ ਸਿੰਜਦੇ ਰਹੇ ਜਿਹੜੀ ਪਾਰਟੀ ਨੂੰ, ਸਾਨੂੰ ਪੁੱਛਿਆ ਹੀ ਨਹੀਂ ਜਾਂਦਾ। ਪੜਾਅ, ਇਸ ਉਮਰ ਦੇ ਪੜਾਅ ਦੇ ਉੱਤੇ ਅਨੁਭਵੀ ਅਸੀਂ, ਸਾਡੇ ਅਨੁਭਵ ਨਾਲ ਪਾਰਟੀ ਅੱਗੇ ਵਧਣੀ। ਲੇਕਿਨ ਅਸ਼ੋਪਲੇ ਜੇ ਰਾਹੁਲ ਗਾਂਧੀ ਔਰ ਪ੍ਰਿਯੰਕਾ ਗਾਂਧੀ ਆਪਣੀ ਤਰ੍ਹਾਂ ਦੀ ਕਵਾਇਦ ਅੱਗੇ ਵਧਾਈ ਗਏ। ਉਹਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਦੀਆਂ ਸਲਾਹਾਂ ਵੀ ਸੀ। ਕੱਲ ਜਦੋਂ ਇਹ ਫੈਸਲਾ ਕੀਤਾ ਗਿਆ ਕਿ CWC ਬੁਲਾਈ ਜਾਵੇ, ਕਿ ਉਦੋਂ ਵੀ ਰਣਨੀਤੀ ਘੜੀ ਗਈ ਹੋਊਗੀ ਕਿ 16 ਤਰੀਕ ਵਾਲੇ ਦਿਨ ਜਿਹੜੀ ਇਹ ਪੀੜ੍ਹੀ ਆ, ਇਹ ਕਿਵੇਂ ਡਿਫੈਂਡ ਕਰੂਗੀ ਜਾਂ ਇਹ ਹਮਲਾਵਰ ਹੋਊਗੀ। ਜਿਹੜੇ ਲੋਕ ਤੁਹਾਡੇ ਤੇ ਸਵਾਲ ਉਠਾਉਣਗੇ, ਉਹਨਾਂ ਨੂੰ ਜਵਾਬ ਕਿਹੜੀ ਧਿਰ ਦੇਊਗੀ। ਇਹ ਜਿਹਦੇ ਖੇਮਿਆਂ 'ਚ ਵੰਡ ਕੇ ਜਦੋਂ ਉੱਥੇ ਬੈਠਣਗੇ, ਤਾਂ ਗਾਂਧੀ ਪਰਿਵਾਰ ਦਾ ਬਚਾਅ ਕਰਨ ਲਈ ਕੌਣ ਅੱਗੇ ਆਉਣਗੇ। ਕੈਪਟਨ ਅਮਰਿੰਦਰ ਸਿੰਘ ਵੀ ਬਚਾਅ ਕਰਨ ਵਾਲਿਆਂ 'ਚ ਹੁੰਦੇ ਸੀ। ਹੁਣ ਪੰਜਾਬ ਵੱਲੋਂ ਉੱਥੇ ਕੌਣ ਬੈਠਾ ਹੋਊਗਾ, ਜਾਂ ਬਾਕੀ ਸੂਬਿਆਂ ਦੇ ਵਿੱਚੋਂ ਕਿਹੜੇ ਲੋਕ ਜਿਹੜੇ ਆ ਉਹ ਇਹਨਾਂ ਦੇ ਨਾਲ ਖੜੇ ਹੋਣਗੇ। ਸਾਰੇ ਦੇ ਸਾਰੇ ਹੀ ਸੂਬਿਆਂ ਦੇ ਵਿੱਚ ਧੜੇਬੰਦੀ ਕਾਂਗਰਸ ਹਾਈਕਮਾਂਡ ਨੇ ਆਪ ਪੈਦਾ ਕਰ ਲਈ ਹੈ। ਬਹੁਤ ਸਾਰੇ ਲੋਕ ਇਹ ਮਹਿਸੂਸ ਕਰਦੇ ਆ ਕਿ ਗਲਤ ਸਮੇਂ ਤੇ ਗਲਤ ਫੈਸਲੇ, ਟਾਈਮਿੰਗ ਹਮੇਸ਼ਾ ਹੀ ਗਲਤ ਰੱਖੀ ਗਈ। ਲੇਕਿਨ ਇਸ ਪੀਰੀਅਡ 'ਚ ਕਨ੍ਹਈਏ ਨੂੰ ਲੈਣਾ, ਹਾਰਦਿਕ ਪਟੇਲ ਦਾ ਪਹਿਲਾਂ ਹੀ ਕਾਂਗਰਸ ਵਿੱਚ ਹੋਣਾ, ਜਗਨੇਸ਼ ਦਾ ਆਉਣਾ, ਹੋਰ ਬਹੁਤ ਸਾਰੇ ਨਵੇਂ ਲੋਕਾਂ ਦੀ ਸ਼ਮੂਲੀਅਤ, ਆਉਂਦੇ ਦਿਨਾਂ ਦੇ ਵਿੱਚ ਜੇ ਸਿੱਧੂ ਕਾਂਗਰਸ 'ਚ ਰਹਿੰਦੇ ਆ, ਤੇ ਇਹ ਇੱਕ ਟੀਮ ਬਣਾਈ ਜਾ ਰਹੀ ਸੀ ਜਿਹੜੀ ਰਾਹੁਲ ਗਾਂਧੀ ਨੂੰ ਸਟਰੈਂਥਨ ਕਰੇ, ਉਹਨਾਂ ਦੀ ਤਾਕਤ ਵਧਾਵੇ ਸਿਆਸੀ ਤੌਰ ਤੇ, ਉਹਨਾਂ ਦੀ
ਇਮੇਜ ਬਿਲਡਿੰਗ ਹੋਵੇ, ਲੇਕਿਨ ਜੇ ਕੋਈ ਆਪਣੀ ਇਮੇਜ ਆਪ ਹੀ ਨਾ ਬਣਾਉਣਾ ਚਾਹੁੰਦਾ ਹੋਵੇ ਉਹਦਾ ਕੀ ਕਰੋਗੇ? ਕੀ ਰਾਹੁਲ ਗਾਂਧੀ ਇਹ ਅਹੁਦਾ ਸਵੀਕਾਰ ਕਰ ਵੀ ਲੈਣਗੇ ਕਿ ਨਹੀਂ? ਇਹ ਵੀ ਬੜਾ ਵੱਡਾ ਪ੍ਰਸ਼ਨ ਹੈ। ਦੇਖੋ, ਜਦ ਵੀ ਕੋਈ ਐਕਸਰਸਾਈਜ਼ ਜਾਂ ਕੋਈ ਵੀ ਗੱਲ ਵੱਡੀ ਪਾਰਟੀਆਂ ਦੇ ਵਿੱਚ ਵਾਪਰਦੀ ਹੈ ਤੇ ਉਹਦੇ ਕੁਝ ਨਾ ਕੁਝ ਮਾਇਨੇ ਹੁੰਦੇ ਨੇ। ਇਹ G23 ਸ਼ਬਦ ਕਦੋਂ ਤੋਂ ਸ਼ੁਰੂ ਹੋਇਆ? ਜਦ ਕਸ਼ਮੀਰ ਦੇ ਵਿੱਚ ਆਰਟੀਕਲ 370 ਲਾਇਆ ਗਿਆ ਸੀ ਜੀ। ਉਸ ਤੋਂ ਬਾਅਦ ਅਚਾਨਕ ਉੱਥੇ ਇੱਕ ਮੀਟਿੰਗ ਹੋਣੀ ਸੀ ਜਿਹਦੇ ਵਿੱਚ ਕਾਂਗਰਸ ਆਗੂਆਂ ਨੂੰ ਵੀ ਸੱਦਿਆ ਗਿਆ, ਔਰ ਉਹ ਇਹ ਮੰਨਦੇ ਸੀਗੇ ਕਿ G23 ਦੇ ਲੀਡਰ ਉੱਥੇ ਸ਼ਾਮਿਲ ਹੋਏ, ਗੱਲਾਂ ਬਾਤਾਂ ਹੋਈਆਂ। ਉਸ ਤੋਂ ਬਾਅਦ ਅੱਜ ਕੱਲ ਕਰਦੇ ਹੋਏ ਲੱਗਦਾ ਸੀਗਾ ਕਿ ਕਾਂਗਰਸ ਦੇ ਵਿੱਚ ਵੱਡੀ ਬਗਾਵਤ ਕਦੀ ਵੀ ਹੋ ਸਕਦੀ ਹੈ। ਹੁਣ ਅਸ਼ੋਕ ਗਹਿਲੋਟ ਉਹਨਾਂ ਦੀ ਗੱਲ ਕਰੀਏ, ਜਿਹੜੇ ਰਾਜਸਥਾਨ ਦੇ ਮੁੱਖ ਮੰਤਰੀ ਹੈ, ਹਾਲ ਹੀ 'ਚ ਰਾਹੁਲ ਗਾਂਧੀ ਉਹਨਾਂ ਲਖੀਮਪੁਰ ਖੀਰੀ ਗਏ, ਉਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਔਰ ਜਿਹੜੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਸੀਗੇ ਬਘੇਲਾ ਸਾਹਿਬ, ਉਹ ਉੱਥੇ ਗਏ। ਉੱਥੇ 50-50 ਲੱਖ ਰੁਪਏ ਅਨਾਉਂਸ ਕਰਕੇ ਗਏ। ਲੋਕਾਂ ਦਾ ਇੱਕ ਸਵਾਲ ਸੀਗਾ, ਕਾਂਗਰਸ ਦੇ ਵਿੱਚ ਵੀ ਇੱਕ ਸਵਾਲ ਖੜਾ ਹੋਇਆ ਸੀਗਾ ਕਿ ਅਸ਼ੋਕ ਗਹਿਲੋਤ ਕਿੱਥੇ ਸੀਗੇ? ਭਾਵੇਂ ਉਹਨਾਂ ਦਾ ਆਪਰੇਸ਼ਨ ਹੋਇਆ ਸੀਗਾ, ਪਰ ਉਹ ਆਪਣੀ ਇਸ ਤਰੀਕੇ ਦੀ ਅਨਾਉਂਸਮੈਂਟ ਰਾਜਸਥਾਨ ਦੇ ਵਿੱਚੋਂ ਵੀ ਕਰ ਸਕਦੇ ਸੀਗੇ। ਪਹਿਲਾਂ ਅਨਾਉਂਸਮੈਂਟ ਹੋਈ ਸੀ ਕਿ ਉਹ ਵੀ ਜਾਣਗੇ। ਹਾਲਾਂਕਿ ਉਹ ਸਰਗਰਮੀ ਰੱਖ ਵੀ ਰਹੇ, ਆਪਰੇਸ਼ਨ ਹੋਇਆ ਹੋਵੇ ਵੱਖਰੀ ਗੱਲ ਆ, ਲੇਕਿਨ ਉਹ ਰਾਜਸਥਾਨ 'ਚ ਸਰਗਰਮ ਹੈਗੇ। ਔਰ ਪਹਿਲਾਂ ਇਹ ਖਬਰ ਆਈ ਸੀ ਕਿ ਤਿੰਨ ਮੁੱਖ ਮੰਤਰੀ ਰਾਹੁਲ ਗਾਂਧੀ ਦੇ ਨਾਲ ਜਾਣਗੇ। ਤੁਹਾਡੀ ਗੱਲ ਠੀਕ ਹੈ ਕਿ ਆਖਰੀ ਮੂਵਮੈਂਟ ਤੇ ਉਹ ਨਜ਼ਰ ਨਹੀਂ ਆਏ ਜੀ। ਔਰ ਦੂਜਾ, ਜਦ ਅਸੀਂ ਗੱਲ G23 ਦੀ ਕਰਦੇ ਹਾਂ ਤੇ ਅਸੀਂ ਇਹ ਗੱਲ ਭੁੱਲ ਜਾਂਦੇ ਹਾਂ ਕਿ ਅਸੀਂ 23 ਇੱਕ ਟਰਮ ਨੂੰ ਮਸ਼ਹੂਰ ਕਰਤਾ ਕਿ ਵੀ ਇਹ G23 ਹੈ। ਤੁਹਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਇਹ 24, 25, 27 ਕਿਤੇ 30-35 ਤੋਂ ਉੱਤੇ ਤੇ ਨਹੀਂ ਵੱਧ ਗਏ। ਜੇ CWC ਦੇ ਵਿੱਚ ਅੱਗੇ ਚੱਲ ਕੇ ਕੈਪਟਨ ਅਮਰਿੰਦਰ ਸਿੰਘ ਦਾ ਸਟੇਟਸ ਅੱਜ ਦੀ ਡੇਟ ਵਿੱਚ ਇਹ ਵੇ ਕਿ ਉਹ ਕਾਂਗਰਸ ਵਿੱਚ ਹੈਗੇ ਨੇ, ਭਾਵੇਂ ਉਹ ਅਨਾਉਂਸ ਕਰ ਚੁੱਕੇ ਨੇ ਕਿ ਉਹ ਕਾਂਗਰਸ ਬੜੀ ਛੇਤੀ ਛੱਡ ਦੇਣਗੇ ਔਰ ਭਾਜਪਾ ਦੇ ਵਿੱਚ ਨਹੀਂ ਜਾਣਗੇ, ਉਸ ਤੋਂ ਬਾਵਜੂਦ ਵੀ ਉਹ CWC ਦੇ ਮੈਂਬਰ ਹੈਗੇ ਨੇ ਔਰ ਉਹ ਦਿੱਲੀ 'ਚ ਹੀ ਮੌਜੂਦ ਨੇ। ਦਿੱਲੀ ਦੇ ਵਿੱਚ ਉਹ G23 ਦੇ ਲੀਡਰਾਂ ਨੂੰ ਜ਼ਰੂਰ ਮਿਲਦੇ ਹੋਣਗੇ, ਕਿਉਂਕਿ ਉਹ ਅਮਿਤ ਸ਼ਾਹ ਦੇ ਨਾਲ ਉਹਨਾਂ ਦੀ ਮੁਲਾਕਾਤ ਜਿਹੜੀ ਹੋਣੀ ਸੀਗੀ, ਜਿਹਦੇ ਵਾਸਤੇ ਉਹ ਦਿੱਲੀ ਗਏ ਸੀਗੇ, ਹਜੇ ਤੱਕ ਕਿਸੇ ਅਖਬਾਰ ਦੀ ਸੁਰਖੀਆਂ ਦੇ ਵਿੱਚ ਤੇ ਨਹੀਂ ਆਈ। ਅੰਦਰ ਖਾਤੇ ਕੋਈ ਮੁਲਾਕਾਤ ਹੋਈ ਜਾਂ ਨਹੀਂ ਹੋਈ, ਕੀ ਰਣਨੀਤੀ ਬਣੀ, ਕੀ CWC ਦੇ ਵਿੱਚ ਖਲਾਰਾ ਪਾਉਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਦੀ ਡਿਊਟੀ ਕਿਤੇ ਲਾਈ ਤੇ ਨਹੀਂ ਗਈ? ਆ ਵੀ ਗੱਲ ਦੇਖਣ ਵਾਲੀ ਹੈਗੀ ਹੈ ਜੀ। ਔਰ ਇਹ G23 ਨਹੀਂ, ਜਿੱਦਾਂ 30-35 ਹੋ ਚੁੱਕੇ ਨੇ ਹੈ। ਔਰ CWC ਦੀ ਮੀਟਿੰਗ ਦੇ ਵਿੱਚ ਹੁੰਦਾ ਕੀ ਹੈ ਕਿ ਇੱਕ ਗੱਲ ਇਹ ਵੀ ਚੱਲੀ ਹੈ ਕਿ ਇਹ ਵਰਚੁਅਲ ਹੋਏਗੀ ਜਾਂ ਕੀ ਹੋਏਗੀ। ਚਲੋ, ਜਿਸ ਵੀ ਤਰੀਕੇ ਨਾਲ ਹੁੰਦੇ ਆ, ਜੇ ਕੋਈ ਪ੍ਰਪੋਜ਼ਲ ਐਤਕੀ ਰਾਹੁਲ ਗਾਂਧੀ ਨੂੰ ਨੈਸ਼ਨਲ ਪ੍ਰੈਜ਼ੀਡੈਂਟ ਬਣਾਉਣ ਦਾ ਆਂਦਾ ਹੈ ਤੇ ਉਹਨੂੰ ਅਪੋਜ਼ ਕਰਨ ਵਾਲੇ ਵੀ ਕਾਫੀ ਸਾਰੇ ਹੋਣਗੇ। ਨਾਰਮਲੀ ਰਿਵਾਇਤੀ ਪਾਰਟੀਆਂ ਦੇ ਵਿੱਚ ਜਦ ਵੀ ਕੋਈ ਇੱਦਾਂ ਦਾ ਪ੍ਰਪੋਜ਼ਲ ਆਉਂਦਾ ਹੈ ਤੇ ਨਾਲ ਦੇ ਨਾਲ ਸੈਕਿੰਡ ਹੁੰਦਾ, ਥਰਡ ਹੁੰਦਾ ਤੇ ਅਗਲਾ ਪ੍ਰਧਾਨ ਬਣ ਜਾਂਦਾ। ਐਤਕੀ ਸੈਕਿੰਡ ਹੋਣ ਦੇ ਵਿੱਚ, ਯਾਨੀ ਪ੍ਰਪੋਜ਼ ਕਰਨ ਤੋਂ ਬਾਅਦ ਸੈਕਿੰਡ ਹੋਣ ਦੇ ਵਿੱਚ ਕਈ ਮੁਸ਼ਕਿਲਾਂ ਆ ਸਕਦੀਆਂ, ਕਿਉਂਕਿ ਕੁਝ ਲੋਕ ਆਪਣੀ ਕਮਰ ਕੱਸ ਚੁੱਕੇ ਨੇ। ਉਹ ਵੀ ਕੁਝ ਲੋਕ ਨਹੀਂ, ਕਾਂਗਰਸ ਦੇ ਬੜੇ ਸੀਨੀਅਰ ਲੀਡਰ ਹਰ ਗੱਲ ਦੇ ਉੱਤੇ ਸਵਾਲ ਖੜੇ ਕਰਨ ਵਾਸਤੇ ਤਿਆਰ ਨੇ। ਸੌਖੀ ਨਹੀਂ ਮੀਟਿੰਗ ਹੋਣੀ, ਰਿਵਾਇਤੀ ਤੌਰ ਤੇ ਇਹ ਮੀਟਿੰਗ ਨਹੀਂ ਹੋਣੀ। ਇਸ ਮੀਟਿੰਗ ਦੇ ਵਿੱਚ ਪਟਾਕੇ ਪੈਣਗੇ, ਔਰ ਜਦ ਅਸੀਂ ਪਟਾਕੇ ਪੈਣ ਦੀ ਗੱਲ ਕਰਦੇ ਹਾਂ ਤੇ ਉਹ 99% ਜਦ ਵੀ ਅਸੀਂ ਪਟਾਕੇ ਪੈਣ ਦੀ ਗੱਲ ਕੀਤੀ ਹੈ, ਉਹ ਪਟਾਕੇ ਪਏ ਨੇ। CWC ਦੀ ਮੀਟਿੰਗ ਵਿੱਚ ਹੁੰਦਾ ਕੀ ਹੈ, ਉਹਦੇ ਵਾਸਤੇ ਤੇ ਸਾਨੂੰ 16 ਤਰੀਕ ਦਾ ਇੰਤਜ਼ਾਰ ਕਰਨਾ ਪਏਗਾ। ਪਰ ਦਿੱਲੀ ਦੇ ਗਲਿਆਰਾਂ ਦੇ ਵਿੱਚ ਉਸ ਮੀਟਿੰਗ ਨੂੰ ਲੈ ਕੇ ਜਿਹੜੀ ਤਿਆਰੀ ਹੈਗੀ ਹੈ, ਜਿਹੜੀ ਚਰਚਾ ਹੈਗੀ ਹੈ, ਜਿਹੜੀ ਸਟ੍ਰੈਟਜੀ ਹੈਗੀ ਹੈ, ਉਹ ਕਈ ਸੀਨੀਅਰ ਕਾਂਗਰਸ ਦੇ ਲੀਡਰਾਂ ਦੇ ਘਰਾਂ ਦੇ ਵਿੱਚ 5 ਸਟਾਰ ਹੋਟਲਾਂ ਦੇ ਵਿੱਚ ਬਣਨੀ ਸ਼ੁਰੂ ਹੋ ਗਈ ਹੈ। ਔਰ ਉਹਦੇ ਰਿਜ਼ਲਟ 16 ਤਰੀਕ ਨੂੰ ਕੀ ਹੁੰਦੇ ਨੇ, ਇਹ ਬੜੀ ਦਿਲਚਸਪ ਗੱਲ ਹੋਏਗੀ। ਇਸ ਗੱਲ ਨੂੰ ਦੇਖਣਾ। ਭਾਸਕਰ ਸਾਹਿਬ, ਤੁਹਾਨੂੰ ਯਾਦ ਹੋਣਾ, ਇਹ ਕਾਂਗਰਸ ਜਿਹੜੀ ਹੈ ਭਾਵੇਂ ਸਦੀ ਤੋਂ ਵੱਡੀ ਪਾਰਟੀ ਹੈ, ਇਹ ਲਗਭਗ 130 ਸਾਲ ਦਾ ਇਤਿਹਾਸ ਸਮੋਈ ਬੈਠੀ ਹੈ। ਜਦੋਂ ਦੇਸ਼ ਆਜ਼ਾਦ ਹੁੰਦਾ, ਇੰਦਰਾ ਗਾਂਧੀ ਦਾ ਟਾਈਮ ਆਉਂਦਾ, ਉਸ ਪੀਰੀਅਡ ਤੋਂ ਇੱਕ ਕਵਾਇਦ ਸ਼ੁਰੂ ਹੋਈ ਕਿ ਜਿਹੜੀ ਸੈਕੰਡ ਕਤਾਰ ਹੈ ਲੀਡਰਸ਼ਿਪ ਦੀ, ਉਹਨੂੰ ਨਿਹੱਥਾ ਤੇ ਨਿਮਾਣਾ ਕਰਤਾ ਜਾਵੇ, ਵਿਚਾਰਗੀ ਦੀ ਸਥਿਤੀ ਚ ਲੈਂਦਾ। ਲੀਡਰਸ਼ਿਪ ਨੂੰ ਜਿਹਨੂੰ ਕਹਿੰਦੇ ਆ ਕਿ ਜਿਹਨੂੰ ਬਿਲਕੁਲ ਲੀਓ ਲਾਉਣ ਲਈ, ਮਤਲਬ ਦੂਜੀ ਕਤਾਰ ਦਾ ਕੋਈ ਵੱਡਾ ਲੀਡਰ ਅਗਵਾਈ ਕਰਨ ਦੇ ਯੋਗ ਛੱਡਿਆ ਹੀ ਨਹੀਂ ਗਿਆ। ਇਹ ਕੋਈ ਅੱਤ ਕਥਨੀ ਨਹੀਂ, ਦੋ ਰਾਵਾਂ ਨਹੀਂ। ਹੁਣ ਸਵਾਲ ਇਹ ਹੈ ਕਿ ਜਦੋਂ ਤੁਹਾਨੂੰ ਸੀਤਾਰਾਮ ਕੇਸਰੀ ਦਾ ਜ਼ਮਾਨਾ ਯਾਦ ਹੋਣਾ, ਜਦੋਂ ਤੁਹਾਡੇ ਕੋਲ ਕੋਈ ਦੂਜਾ ਰਸਤਾ ਨਹੀਂ ਸੀ ਬਚਿਆ ਤੇ ਇਹ ਕਾਂਗਰਸੀ ਘਰੋਂ ਜਾ ਕੇ ਸੋਨੀਆ ਗਾਂਧੀ ਨੂੰ ਲੈ ਕੇ ਆਏ ਸੀ। ਹਾਲਾਤ ਅੱਜ ਦੇ ਦਿਨ 'ਚ ਕੋਈ ਵੱਖਰੇ ਨਹੀਂ ਗੇ। ਮੰਨ ਲਓ ਗਾਂਧੀ ਪਰਿਵਾਰ ਪਾਸੇ ਕਰ ਦਿਓ,
ਕਿਹੜਾ ਲੀਡਰ ਐਸਾ ਕਾਂਗਰਸ ਨੇ ਬਚਿਆ ਰਹਿਣ ਦਿੱਤਾ? ਇਹ ਜਿਹੜੀ ਸਲੋਲੀ ਇੱਕ ਕਵਾਇਦ ਸੀ ਕਿ ਕੋਈ ਐਸਾ ਵੱਡਾ ਲੀਡਰ ਚੈਲੰਜ ਕਰਨ ਦੇ ਕਾਬਿਲ ਰਹਿਣ ਹੀ ਨਾ ਦਿੱਤਾ ਜਾਵੇ, ਅੱਜ ਉਹ ਰੜਕ ਰਹੀ ਹੋਊਗੀ ਗੱਲ ਲੀਡਰਸ਼ਿਪ ਨੂੰ। G23 ਭਾਵੇਂ ਹੁਣ 50 ਚ ਬਦਲ ਗਿਆ ਹੋਵੇ, ਵੱਖਰੀ ਗੱਲ ਆ, ਪਰ ਇਹਨਾਂ ਦੇ ਵਿੱਚੋਂ ਕਿਹੜਾ ਐਸਾ ਵਿਅਕਤੀ ਆ ਜਿਹੜਾ ਨਰਿੰਦਰ ਮੋਦੀ ਦੇ ਮੁਕਾਬਲੇ ਤੇ ਲੀਡਰਸ਼ਿਪ ਕੁਆਲਿਟੀਆਂ ਦੇ ਨਾਲ, ਬੈਲੈਂਸ ਸਸਤੀ ਦੇ ਨਾਲ ਸੋਨੀਆ ਗਾਂਧੀ ਜਾਂ ਪਰਿਵਾਰ ਨੂੰ ਪਾਸੇ ਕਰਕੇ ਕਾਂਗਰਸ ਦੀ ਪ੍ਰਧਾਨਗੀ ਜਾਂ ਕਾਂਗਰਸ ਨੂੰ ਲੀਡ ਕਰਨ ਦੇ ਸਮਰੱਥ ਹੋਵੇ? ਝਾਤੀ ਮਾਰ ਕੇ ਦੇਖੋ। ਦੂਜੀ ਗੱਲ, ਇਹੀ ਰਾਹੁਲ ਗਾਂਧੀ 2 ਵਾਰੀ, ਇੱਕ ਵਾਰੀ ਜਦੋਂ ਮੀਤ ਪ੍ਰਧਾਨ ਬਣਾਏ ਗਏ ਸੀ ਉਦੋਂ ਵੀ ਲਗਭਗ ਸਾਰੀ ਦੀ ਸਾਰੀ ਜ਼ਿੰਮੇਵਾਰੀ ਇਹਨਾਂ ਦੇ ਮੋਢਿਆਂ ਤੇ ਪਾਤੀ ਗਈ। ਦੂਜੀ ਵਾਰੀ ਉਹ ਕੁੱਲ ਵਕਤੀ ਪ੍ਰਧਾਨ ਬਣੇ, ਫਿਰ ਜਦੋਂ ਪਿਛਲੀ ਇਲੈਕਸ਼ਨ ਹੋਈ ਉਹ ਛੱਡ ਕੇ ਚਲੇ ਗਏ। ਹੁਣ ਕਿਸ ਆਸ ਦੇ ਉੱਤੇ ਉਹਨਾਂ ਨੂੰ ਤੀਜੀ ਵਾਰੀ ਬਣਾਇਆ ਜਾਊਗਾ, ਇਹ ਵੀ ਵੱਡਾ ਸਵਾਲ ਹੋਊਗਾ। ਇਹਦੇ ਤੇ ਟੀਕਾ ਟਿੱਪਣੀ ਹੋਊਗੀ। ਪਰ ਜੇ ਮੈਂ ਫਿਰ ਪੁੱਛਾਂ, ਬਿੱਲੀ ਦੇ ਗਲ 'ਚ ਟੱਲੀ ਬੰਨੂ ਕੌਣ? ਕਿਹੜਾ ਬੰਦਾ ਨੰਗੇ ਚਿੱਟੇ ਰੂਪ 'ਚ ਵਿਰੋਧ ਕਰਕੇ ਕਹੂਗਾ ਕਿ ਸਾਨੂੰ ਰਾਹੁਲ ਗਾਂਧੀ ਨਹੀਂ ਚਾਹੀਦਾ, ਜਿਨੇ ਕਾਂਗਰਸ ਦੇ ਵਿੱਚ ਰਹਿਣਾ ਲੇਕਿਨ ਰਹਿ ਕੇ ਵੀ ਇਹ ਗੱਲ ਕਹਿਣੀ ਕਿ ਰਾਹੁਲ ਗਾਂਧੀ ਕਾਂਗਰਸ ਨੂੰ ਅਗਵਾਈ ਦੇ ਕੇ ਕਾਮਯਾਬੀ ਵੱਲ ਨਹੀਂ ਲੈ ਜਾ ਸਕਦੇ? ਉਹ ਕਿਹੜਾ ਵਿਅਕਤੀ ਹੋਊਗਾ? ਕਿਉਂਕਿ ਜਿਹੜਾ ਵੀ ਹੋਊਗਾ ਉਹਨੂੰ ਹਾਸ਼ੀਏ ਤੇ ਕੀਤਾ ਜਾਊਗਾ। ਇਹ ਬਿਲਕੁਲ ਪਤਾ ਹੈ ਗਾਂਧੀ ਪਰਿਵਾਰ ਸਿੱਧੇ ਰੂਪ 'ਚ ਦਖਲ ਨਾ ਦੇਵੇ, ਲੇਕਿਨ ਪੂਰੀ ਦੀ ਪੂਰੀ ਸਮੁੱਚਾ ਸੰਗਠਨ ਜਿਹੜਾ ਉਹਨੂੰ ਚੱਕ ਕੇ ਬਾਹਰ ਸੁੱਟ ਦੂਗਾ। ਇਸ ਕਰਕੇ ਇਹ ਗੱਲ ਔਖੀ ਲੱਗਦੀ ਹੈ ਕਿ ਰੌਲੇ ਤਾਂ ਪੈਣਗੇ, ਵਿਚਾਰ ਧਾਰਕ ਪੈਣਗੇ, ਨੀਤੀਆਂ ਨੂੰ ਲੈ ਕੇ ਪੈਣਗੇ, ਫੈਸਲਿਆਂ ਨੂੰ ਲੈ ਕੇ ਪੈਣਗੇ, ਪਰ ਗਾਂਧੀ ਪਰਿਵਾਰ ਦਾ ਸਿੱਧਾ ਵਿਰੋਧ ਕਰਨ ਲਈ ਕਿਹੜਾ ਵਿਅਕਤੀ ਸਾਹਮਣੇ ਆਊਗਾ? ਮੈਨੂੰ ਇਹ ਸਮਝਾਓ। ਉਹੀ ਆਊਗਾ ਜਿਹੜਾ ਨੇੜ ਭਵਿੱਖ ਦੇ ਵਿੱਚ ਕਾਂਗਰਸ ਛੱਡਣ ਲਈ ਕਾਹਲਾ ਹੋਊਗਾ, ਜਾਂ ਜਿਹੜਾ ਆਪਣਾ ਮੈਸੇਜ ਬਾਹਰ ਲੈ ਕੇ ਜਾਣਾ ਚਾਹੁੰਦਾ ਹੋਊਗਾ ਕਿ ਮੈਂ ਵਿਰੋਧ ਕੀਤਾ ਹੈ, ਤੇ ਦੂਜੇ ਪਾਸੇ ਉਹਨੂੰ ਆਫਰ ਵੀ ਜਲਦੀ ਮਿਲ ਜਾਊਗੀ, ਜਾਂ ਉਹ ਗੋਟੀਆਂ ਫਿੱਟ ਕਰਕੇ ਜਾਊਗਾ। ਇਹ ਵੀ ਵੱਡੀ ਗੱਲ ਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਅਗਲੇ ਅੰਦਰ ਵੰਡ ਕਿਉਂ ਦੇਣਗੇ, ਜਦੋਂ ਪਤਾ ਹੈ ਕਿ ਅਗਲਾ ਆ ਕੇ ਖੌਰੂ ਪਾਊਗਾ, ਅਗਲਾ ਆ ਕੇ ਫੈਸਲਿਆਂ ਦੇ ਉੱਤੇ ਸਵਾਲ ਚੱਕੂਗਾ, ਅਗਲਾ ਆ ਕੇ ਪੁੱਛੂਗਾ ਕਿ ਮੈਨੂੰ ਕਿਉਂ ਲਾਇਆ ਗਿਆ, ਵੀ ਇਦਾਂ ਕਾਲੀ 'ਚ ਮੈਨੂੰ ਪੁੱਛ ਲੈਂਦੇ ਜਦੋਂ ਮੈਂ ਕਹਿ ਕੇ ਆਇਆ ਸੀ ਕਿ ਸੋਨੀਆ ਗਾਂਧੀ ਨੂੰ ਕਿ ਮੇਰਾ ਅਸਤੀਫਾ ਲੈ ਲਓ 20 ਦਿਨ ਪਹਿਲਾਂ, ਮੇਰਾ ਅਸਤੀਫਾ ਉਦੋਂ ਕਿਉਂ ਨਾ ਲਿਆ ਗਿਆ, ਮੈਨੂੰ ਕੱਢਿਆ ਕਿਉਂ ਗਿਆ, ਜਲੀਲ ਕਿਉਂ ਕੀਤਾ ਗਿਆ? ਸੋ ਭਾਸਕਰ ਸਾਹਿਬ, ਮੈਨੂੰ ਇਸ ਗੱਲ ਦਾ ਜਵਾਬ ਦਿਓ ਕਿ ਦੂਜੀ ਕਤਾਰ ਦੀ ਲੀਡਰਸ਼ਿਪ ਜਿਹੜੀ ਬੜੇ ਸੋਚੇ ਸਮਝੇ ਤਰੀਕੇ ਨਾਲ ਮਾਰ ਦਿੱਤੀ ਗਈ ਆ, ਉਹਦੇ ਵਿੱਚ ਜਾਨ ਕਿਵੇਂ ਪਵੇ? ਉਹਨਾਂ ਚੋਂ ਲੀਡਰ ਕਿਹੜਾ ਜਿਹੜਾ ਅਗਵਾਈ ਦੇਵੇ? ਕੋਈ ਇੱਕ ਦੱਸਿਓ। ਸੋ ਮੈਨੂੰ ਲੱਗਦਾ ਕਿ ਅਨਸਰ ਦੀ ਲੋੜ ਗਾਂਧੀ ਪਰਿਵਾਰ ਹੀ ਹੈ, ਤੇ ਕੁੱਲ ਮਿਲਾ ਕੇ ਜੇ ਉਹਨਾਂ ਨੀਤੀ ਬਣਾਈ ਹੋਈ ਕਿ ਰਾਹੁਲ ਦੇ ਸਿਰ ਤੇ ਫਿਰ ਤਾਜ ਧਰਨਾ ਤੇ ਉਹਨਾਂ ਧਾਰੀ ਦੇਣਾ, ਤੇ ਮੇਰੇ ਖਿਆਲ ਤਾੜੀ ਵੀ ਵੱਜ ਜਾਣੀ ਹੈ, ਤੇ ਕੋਈ ਨੰਗੇ ਚਿੱਟੇ ਰੂਪ 'ਚ ਵਿਰੋਧ ਕਰਦਾ ਨਜ਼ਰ ਨਹੀਂ ਆਉਣਾ, ਤੇ ਜੇ ਕੋਈ ਆਇਆ ਤੇ ਉਹ 2 ਦਿਨ ਬਾਅਦ ਬੀਜੇਪੀ ਪਾਰਟੀ 'ਚ ਸ਼ਾਮਲ ਹੁੰਦਾ ਨਜ਼ਰ ਆ ਜਾਊਗਾ। ਕੀ ਕਹਿੰਦੇ ਹੋ? ਦੇਖੋ ਰੰਧਾਵਾ ਜੀ, ਤੁਸੀਂ ਬੜੀ ਇੰਪੋਰਟੈਂਟ ਗੱਲ ਕਹਿਤੀ ਆਪਣੀ ਗੱਲਾਂ ਦੇ ਵਿੱਚ ਕਿ ਕੋਈ, ਹਾਲਾਂਕਿ ਤੁਸੀਂ ਕਾਂਗਰਸ ਦੀ ਗੱਲ ਕਰਦੇ ਹੋਏ ਇਹ ਗੱਲ ਕੀਤੀ ਕਿ ਦੂਜੇ ਨੰਬਰ ਦੀ ਲੀਡਰਸ਼ਿਪ ਤਿਆਰ ਨਹੀਂ ਹੋਈ। ਮੈਨੂੰ ਇਦਾਂ ਲੱਗਦਾ ਹੈ ਕਿ ਕੋਈ ਵੀ ਪੋਲੀਟੀਕਲ ਪਾਰਟੀ ਇਦਾਂ ਦੀ ਨਹੀਂ ਹੈਗੀ ਜਿਹਦੇ ਵਿੱਚ 1 ਨੰਬਰ ਦਾ ਲੀਡਰ ਦੂਜੇ ਨੰਬਰ ਦੀ ਲੀਡਰਸ਼ਿਪ ਨੂੰ ਪਨਪਣੇ ਦੇਣ। ਹੁਣ ਮੋਦੀ ਸਾਹਿਬ ਦੀ ਹੀ ਗੱਲ ਕਰ ਲਓ, ਮੋਦੀ ਸਾਹਿਬ ਦੇ ਨੰਬਰ 2 ਅਮਿਤ ਸ਼ਾਹ ਉਹਨਾਂ ਨਜ਼ਰ ਆਉਂਦੇ ਨੇ। ਉਹ ਤਦ ਤੱਕ ਨਜ਼ਰ ਆਉਂਦੇ ਨੇ ਜਦ ਤੱਕ ਉਹ ਨੰਬਰ 2 ਬਣ ਕੇ ਰਹਿਣਗੇ। ਜੇ ਨੰਬਰ 2 ਬਣ ਕੇ ਉਹ ਮੋਦੀ ਸਾਹਿਬ ਵਾਸਤੇ ਉਹ ਥ੍ਰੈਟ ਹੋ ਜਾਣ, ਤੇ ਮੈਨੂੰ ਲੱਗਦਾ ਉਹਨਾਂ ਦਾ ਵੀ ਨੰਬਰ ਕੱਟ ਜਾਊਗਾ। ਭਾਵੇਂ ਜਵਾਹਰ ਲਾਲ ਨਹਿਰੂ ਹੋਣ, ਉਹਨਾਂ ਨੇ ਵੀ 2 ਨੰਬਰ ਪੈਦਾ ਨਹੀਂ ਹੋਣ ਦਿੱਤਾ। ਭਾਵੇਂ ਸਰਦਾਰ ਪਟੇਲ, ਉਹਨਾਂ ਦਾ ਨੰਬਰ ਲੱਗ ਗਿਆ ਸੀਗਾ ਪਹਿਲੇ ਪ੍ਰਧਾਨ ਮੰਤਰੀ ਵਜੋਂ ਜਿਹੜਾ ਇੰਸਟਾਲ ਹੋਣ ਦਾ, ਪਰ ਤੁਹਾਨੂੰ ਯਾਦ ਹੋਏਗਾ ਜਦ ਗਾਂਧੀ ਜੀ ਨੇ ਸਾਰੀ ਕਾਂਗਰਸ ਦੀ ਪ੍ਰਦੇਸ਼ ਕਾਂਗਰਸ ਕਮੇਟੀਆਂ ਦਾ ਇੱਕ ਵੋਟਿੰਗ ਕਰਾਈ ਸੀਗੀ, ਜਿਹਦੇ ਵਿੱਚ ਤਕਰੀਬਨ ਸਾਰੇ ਸੂਬਿਆਂ ਨੇ ਉਹ ਪਟੇਲ ਸਾਹਿਬ ਦੀ ਫੇਵਰ ਦੇ ਵਿੱਚ ਆਪਣਾ ਮਤ ਦਿੱਤਾ ਸੀਗਾ, ਪਰ ਉਸ ਤੋਂ ਬਾਵਜੂਦ ਵੀ ਗਾਂਧੀ ਸਾਹਿਬ ਦੀ ਇੱਛਾ ਅਨੁਸਾਰ ਜਵਾਹਰ ਲਾਲ ਨਹਿਰੂ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਉਸ ਤੋਂ ਬਾਅਦ ਨੰਬਰ 2 ਕਦੀ ਵੀ ਕੋਈ ਨਜ਼ਰ ਨਹੀਂ ਆਇਆ। ਜਦ ਜਵਾਹਰ ਲਾਲ ਨਹਿਰੂ ਨਹੀਂ ਰਹਿੰਦੇ ਤੇ ਇੰਦਰਾ ਗਾਂਧੀ ਉਹਨਾਂ ਬਤੌਰ ਪ੍ਰਧਾਨ ਮੰਤਰੀ ਨਵਾਜੀ ਜਾਂਦੀ ਹੈ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਬਾਅਦ ਗੱਲ ਤੇ ਨੰਬਰ ਤੇ ਆਣੀ ਸੀ ਸੰਜੇ ਗਾਂਧੀ ਦਾ, ਪਰ ਉਹਨਾਂ ਦੀ ਇੱਕ ਹੈਲੀਕਾਪਟਰ ਕ੍ਰੈਸ਼ ਦੇ ਵਿੱਚ ਡੈਥ ਹੋ ਜਾਂਦੀ ਹੈ, ਤੇ ਰਾਜੀਵ ਗਾਂਧੀ ਉਹਨਾਂ ਜਿਹੜੇ ਪਾਇਲਟ ਹੁੰਦੇ ਨੇ ਉਹ ਮੱਲੋ ਮੱਲੀ, ਉਹ ਪੋਲਿਟਿਕਸ ਦੇ ਵਿੱਚ ਬਿਲਕੁਲ ਇੰਟਰਸਟਡ ਨਹੀਂ ਸੀਗੇ, ਉਹ ਇੱਕ ਪਾਇਲਟ ਸੀਗੇ, ਪਰ ਉਹਨਾਂ ਨੂੰ ਪ੍ਰਧਾਨ ਮੰਤਰੀ ਵਜੋਂ ਨਵਾਜ਼ ਦਿੱਤਾ ਜਾਂਦਾ ਹੈ। ਉਹ ਠੀਕ ਠਾਕ ਜੇ ਪ੍ਰਧਾਨ ਮੰਤਰੀ ਸਾਬਿਤ ਵੀ ਹੁੰਦੇ ਨੇ। ਉਹਨਾਂ ਦੀ ਡੈਥ ਤੋਂ ਬਾਅਦ ਹੁਣ ਗਾਂਧੀ ਪਰਿਵਾਰ ਦੇ ਵਿੱਚ ਕੋਈ ਵੀ ਮੁੱਖ ਮੰਤਰੀ ਬਣਨ ਦੇ ਵਾਸਤੇ ਕਾਬਿਲ ਨਹੀਂ ਸੀਗਾ, ਕਾਰਨ ਕਿ ਸੋਨੀਆ ਗਾਂਧੀ ਉਹਨਾਂ ਨੂੰ ਚੱਜ ਨਾਲ ਹਿੰਦੀ ਵੀ ਨਹੀਂ ਆਉਂਦੀ ਸੀ ਉਸ ਟਾਈਮ, ਤੇ ਨਰਸਿਮਹਾ ਰਾਓ ਉਹਨਾਂ ਨੂੰ ਜੋ ਤਕਰੀਬਨ ਪੋਲਿਟਿਕਸ ਤੋਂ ਬਾਹਰ ਹੋ ਗਏ ਸੀਗੇ, ਉਹਨਾਂ ਨੂੰ ਪ੍ਰਧਾਨ ਮੰਤਰੀ ਵਜੋਂ ਨਵਾਜ਼ਿਆ ਜਾਂਦਾ ਹੈ। ਉਹ ਦੌਰ ਹੈਗਾ ਜਦੋਂ ਡਾਕਟਰ ਮਨਮੋਹਨ ਸਿੰਘ ਉਹਨਾਂ ਦੇ ਫਾਈਨੈਂਸ ਮਿਨਿਸਟਰ ਬਣਦੇ ਨੇ, ਤੇ ਜਿਹੜੀ ਅੱਜ ਲਿਬਰਲ ਇਕਨੋਮੀ ਦਾ ਦੌਰ ਹੈ ਉਹ 1991 ਤੋਂ ਹੀ ਸ਼ੁਰੂ ਹੋਇਆ, ਜਿਹਦੇ ਕਰਕੇ ਅੱਜ ਬੀਜੇਪੀ ਉਸ ਗੱਲ ਦਾ
ਜੇ ਇੱਕ ਤਰੀਕੇ ਨਾਲ ਖੱਟ ਰਹੀ ਹੈ ਕਿ ਉਹਨਾਂ ਪਾਲਿਸੀਆਂ ਨੂੰ ਹੀ ਅੱਗੇ ਵਧਾ ਰਹੀ ਹੈ। ਜੀ ਤੇ ਜਿਹੜੀ ਵੀ ਪਾਰਟੀ ਹੋਏ, ਹੁਣ ਤੁਸੀਂ ਮੈਨੂੰ ਪੁੱਛਿਆ ਕਿ ਕਿਹੜਾ ਬੰਦੇ ਦੇ ਅੰਦਰ ਹਿੰਮਤ ਹੈਗੀ ਹੈ ਕਿ CWC ਦੀ ਮੀਟਿੰਗ ਦੇ ਵਿੱਚ ਉਹ ਸਿੱਧਾ ਰਾਹੁਲ ਗਾਂਧੀ ਨਾਲ, ਸੋਨੀਆ ਗਾਂਧੀ ਨਾਲ ਜਾਂ ਪ੍ਰਿਯੰਕਾ ਗਾਂਧੀ ਨਾਲ ਕੋਈ ਪੰਗਾ ਲਏ। ਮੈਨੂੰ ਨਹੀਂ ਲੱਗਦਾ ਕੋਈ ਵੀ ਲੀਡਰ, ਕਿਉਂਕਿ ਲੀਡਰ ਉਹ ਹੁੰਦਾ ਜਿਹਦੇ ਪਿੱਛੇ ਲੋਕ ਹੋਣ, ਜਿਹਦੇ ਪਿੱਛੇ ਮੈਜੋਰਿਟੀ ਹੋਏ। ਉਹਦੇ ਵਿੱਚੋਂ ਇੱਕ ਵੀ ਇਹ G23 ਹੋਏ, 30, 35 ਹੋਏ, ਇਹਨਾਂ ਵਿੱਚੋਂ ਇੱਕ ਵੀ ਲੀਡਰ ਇੱਦਾਂ ਦਾ ਨਹੀਂ ਹੈਗਾ ਜਿਹਨੂੰ ਸਾਰੇ CWC ਦੇ ਮੈਂਬਰ ਆਪਣਾ ਲੀਡਰ ਮੰਨਦੇ ਹੋਣ ਜਾਂ ਉਹਨੂੰ ਪ੍ਰਧਾਨ ਬਣਾਉਣ ਦੇ ਵਿੱਚ ਇੰਟਰਸਟਿਡ ਹੋਣ। ਅਲਟੀਮੇਟਲੀ ਮੈਨੂੰ ਇਹ ਵੀ ਨਹੀਂ ਲੱਗਦਾ ਕਿ CWC ਦੇ ਵਿੱਚ ਕੋਈ ਇੱਦਾਂ ਦਾ ਫੈਸਲਾ ਆਏਗਾ ਕਿ ਰਾਹੁਲ ਗਾਂਧੀ ਨੂੰ ਪ੍ਰਧਾਨ ਨਾ ਬਣਾਇਆ ਜਾਏ ਜਾਂ ਫਿਰ ਸੋਨੀਆ ਗਾਂਧੀ ਨੂੰ ਪ੍ਰਧਾਨਗੀ ਤੋਂ ਲਾ ਦਿੱਤਾ ਜਾਏ ਜਾਂ ਗਾਂਧੀ ਪਰਿਵਾਰ ਨੂੰ ਪਾਸੇ ਕਰ ਦਿੱਤਾ ਜਾਏ। ਇੱਦਾਂ ਦੀ ਮੰਗ ਮੈਨੂੰ ਲੱਗਦਾ ਨਹੀਂ ਕਿ ਉਸ CWC ਦੀ ਮੀਟਿੰਗ ਦੇ ਵਿੱਚ ਹੋਏਗੀ। ਹਾਂ, ਇਹ ਜ਼ਰੂਰ ਹੋ ਸਕਦਾ ਹੈ ਕਿ ਪਾਰਟੀ ਦੇ ਫੈਸਲੇ ਲੈਣ ਦੀ ਜਿਹੜਾ ਸਿਸਟਮ ਹੈਗਾ ਉਹ ਇੱਕ ਠੀਕ ਠਾਕ ਕੀਤਾ ਜਾਏ, ਸੀਨੀਅਰ ਆਗੂਆਂ ਨੂੰ ਬੰਦਾ ਮਾਨ ਸਨਮਾਨ ਮਿਲੇ। ਇਸ ਗੱਲ ਦੇ ਉੱਤੇ ਤੇ ਚਰਚਾ ਹੋ ਸਕਦੀ ਹੈ, ਪਰ ਗਾਂਧੀ ਪਰਿਵਾਰ ਨੂੰ ਪਾਸੇ ਕਰਕੇ ਹੋਰ ਕੋਈ ਖਲੇਰਾ ਕਾਂਗਰਸ ਦੇ ਵਿੱਚ ਪਾਉਣ ਦੀ ਦੂਜੀ ਪਾਰਟੀਆਂ ਤੇ ਕੋਈ ਡਿਊਟੀ ਲਾ ਸਕਦੀ ਹੈ, ਪਰ ਉਸ ਡਿਊਟੀ ਨੂੰ ਨਿਭਾਉਣ ਵਾਸਤੇ ਉਹਨਾਂ ਦੀ ਜਗ੍ਹਾ ਉਸ ਪਾਰਟੀਆਂ ਦੇ ਵਿੱਚ ਹੀ ਹੋਏਗੀ। ਕਾਂਗਰਸ ਦੇ ਵਿੱਚ ਕਾਂਗਰਸ ਦਾ ਨੁਕਸਾਨ ਕਰਕੇ ਉਹ ਲੋਕ ਜਿਹੜੇ ਬੰਦੇ ਇੱਦਾਂ ਦੀ ਗੱਲਾਂ CWC ਦੇ ਵਿੱਚ ਕਰਨਗੇ, ਉਹਦੀ ਜਗ੍ਹਾ ਕਾਂਗਰਸ ਦੇ ਵਿੱਚ ਨਹੀਂ ਹੋਏਗੀ। ਹਾਂ, ਕਾਂਗਰਸ ਖਿੱਲਰ ਜ਼ਰੂਰ ਸਕਦੀ ਹੈ। ਕਾਂਗਰਸ ਦੇ ਵਿੱਚੋਂ ਜਿਹੜੇ G23 ਹੈਗੇ ਆ ਜਾਂ ਇਹਨਾਂ ਵਿੱਚੋਂ ਕੁਝ ਲੀਡਰ ਕੱਢੇ ਵੀ ਜਾ ਸਕਦੇ ਨੇ, ਛੱਡੇ ਵੀ ਜਾ ਸਕਦੇ ਨੇ, ਪਰ ਜੋ ਕੁਝ CWC ਦੀ ਮੀਟਿੰਗ ਵਿੱਚ ਹੋਏਗਾ ਉਹ ਬੜਾ ਦਿਲਚਸਪ ਹੋਏਗਾ, ਜਿਸ ਦੀ ਗੱਲ ਅਸੀਂ ਹੁਣੇ ਕਰਕੇ ਹਟੇ। ਭਾਸਕਰ ਸਾਹਿਬ, ਮੈਂ ਗੀਤ ਨਾਲ ਹੀ ਸ਼ੁਰੂ ਕੀਤਾ ਸੀ ਤੇ ਉਹੀ ਗੀਤ ਮੈਂ ਦੁਬਾਰਾ ਕਹਿਣਾ ਚਾਹੂੰਗਾ ਵੀ ਉਹ ਜਦੋਂ ਆਤਮਾ ਸੋ ਕਹਿੰਦਾ ਨਾ ਕਿ ਪਤਾ ਨਹੀਂ ਲੱਗਦਾ TV ਤੋਂ ਤਸਵੀਰ ਬਦਲਦੀ ਦਾ, ਪਤਾ ਨਹੀਂ ਲੱਗਦਾ ਆਤਮਿਆ ਤਕਦੀਰ ਬਦਲਦੀ ਦਾ। ਕਦੇ ਸਿਸਵਾਂ 'ਚ ਮੇਲੇ ਲੱਗਦੇ ਸੀ, ਕਦੇ ਉਹਨਾਂ ਰਾਹਾਂ ਤੇ ਕੈਮਰੇ ਗੱਡੇ ਪੱਕੇ ਰਹਿੰਦੇ ਸੀ। TV ਚੈਨਲਾਂ ਵਾਲੇ ਆਪਣਾ ਇੱਕ ਬੰਦਾ ਕੈਮਰਾਮੈਨ ਉੱਥੇ ਛੱਡ ਹੀ ਛੱਡਦੇ ਸੀ ਵੀ ਵੇਖਿਓ ਕੌਣ ਆਉਂਦਾ ਤੇ ਕੌਣ ਜਾਂਦਾ। ਪਿਛਲੇ 6 ਮਹੀਨੇ 'ਚ ਤਾਂ ਇੰਜ ਹੀ ਚੱਲਦਾ ਰਿਹਾ। ਹੁਣ ਮੈਨੂੰ ਵੀਰ ਦਵਿੰਦਰ ਸਿੰਘ ਦੀ ਉਹ ਗੱਲ, ਸਾਬਕਾ ਸਪੀਕਰ, ਡਿਪਟੀ ਸਪੀਕਰ ਵਿਧਾਨ ਸਭਾ, ਜਦੋਂ ਇੱਕ ਕਵਾਇਦ ਚੱਲਣ ਡਈ ਸੀ ਜਿਸ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣਾ ਸੀ, ਉਹ ਕਹਿੰਦੇ ਸੀ ਇਹਨਾਂ ਰਾਹਾਂ ਦੇ ਉੱਤੇ ਘਾਹ ਉਗਾਉਣੀ ਆ। ਮੈਂ ਉਹਨਾਂ ਨਾਲ ਉਹਨਾਂ ਸਹਿਮਤ ਹੋਵਾਂ ਨਾ ਹੋਵਾਂ ਜਾਂ ਤੁਸੀਂ ਹੋਵੋ ਨਾ ਹੋਵੋ, ਲੇਕਿਨ ਗੱਲ ਕਈ ਵਾਰੀ ਇੰਝ ਹੀ ਹੈ ਕਿ ਹੁਣ ਉਹ ਸੁਰਖੀ ਨਹੀਂ ਬਣਦਾ ਸਿਸਵਾ। ਹੁਣ ਸਿਸਵਾ ਦੇ ਫਾਰਮ ਹਾਊਸ ਸ਼ਾਇਦ ਲੋਕ ਬਹੁਤੇ ਵੇਖਣ ਨਹੀਂ ਜਾਂਦੇ, ਜਿਹੜੇ ਆਲੇ ਦੁਆਲੇ 'ਚ ਲੋਕਾਂ ਵੱਡੇ ਰਸੂਖਦਾਰਾਂ ਨੇ ਬਣਾਏ ਆ। ਲੇਕਿਨ ਇੱਕ ਗੱਲ ਜ਼ਰੂਰ ਆ ਕਿ ਜਿੱਧਰ ਸੱਤਾ ਜਾਂਦੀ ਆ ਉਧਰ ਹੀ ਹਜੂਮ ਜਾਂਦਾ ਹੈ। ਸਾਡੇ ਵਰਗਿਆਂ ਦੀ ਸੁਰਖੀ ਵੀ ਉਧਰ ਨੂੰ ਜਾਂਦੀ ਹੈ, ਲੇਕਿਨ ਕੋਈ ਪਤਾ ਨਹੀਂ ਹੁੰਦਾ ਕਿ ਕਿਹੜਾ ਹਾਸ਼ੀਏ ਤੇ ਧੱਕਿਆ ਕਦੋਂ ਸਿਰ ਤੇ ਤਾਜ ਪਹਿਨ ਕੇ ਤੁਹਾਡੇ ਸਿਰਾਂ ਦਾ ਤਾਜ ਬਣ ਜੇ। ਇਸ ਕਰਕੇ ਕੋਸ਼ਿਸ਼ ਕਰਿਆ ਕਰੋ, ਬਣਾ ਕੇ ਰੱਖੋ ਸਾਰਿਆਂ ਨਾਲ। ਉਹ ਗੱਲ ਉਹੀ ਹੈ ਨਾ ਕਿ ਇਹੋ ਜੇ ਧੁੰਦੂਕਾਰੇ 'ਚ ਪਤਾ ਨਹੀਂ ਹੁੰਦਾ ਕਿਹਦਾ ਦਾ ਲੱਗ ਜੇ। ਲੇਕਿਨ ਹੁਣ ਸਾਬਕਾ ਮੁੱਖ ਮੰਤਰੀ ਸਾਹਿਬ ਜੇ ਹਟ ਵੀ ਜਾਣ ਤਾਂ ਸਾਬਕਾ ਮੁੱਖ ਮੰਤਰੀ ਰਹਿੰਦੇ ਆ। ਖੈਰ, ਇਹ ਮੁਕੱਦਰ ਚਰਨਜੀਤ ਸਿੰਘ ਚੰਨੀ ਦੇ ਨਾਂ ਤੇ ਲਿਖਿਆ ਜਾ ਚੁੱਕਿਆ। ਸੁਖਜਿੰਦਰ ਸਿੰਘ ਰੰਧਾਵਾ ਜਦੋਂ ਹੀ ਸੋਚਦੇ ਹੋਣੇ ਉਸ ਪਲ ਨੂੰ ਤੇ ਹੱਥਾਂ ਨੂੰ ਦੰਦੀਆਂ ਵੱਢਦੇ ਹੋਣੇ ਆ, ਸਿੱਧੂ ਵੱਲ ਝਈਆਂ ਲੈ ਪੈਂਦੇ ਹੋਣੇ ਆ, ਤੇ ਸੁਨੀਲ ਜਾਖੜ ਸ਼ਾਇਦ ਮੁੜ ਕੇ ਪੰਜਾਬ ਪਰਤੇ ਹੀ ਨਹੀਂ। ਉਹਨਾਂ ਦਾ ਜੀ ਨਹੀਂ ਕਰਦਾ ਵਾਪਸ ਇਹਨਾਂ ਪੈੜਾਂ 'ਚ ਪੈਰ ਰੱਖਣ ਨੂੰ, ਕਿਉਂਕਿ ਔਖਾ ਹੁੰਦਾ ਇਹਨਾਂ ਰਾਹਾਂ ਤੇ ਮੁੜ ਕੇ ਤੁਰਨਾ ਜਿੱਥੇ ਮਿਲਦੇ ਤਾਜ ਖੁੱਸ ਕੇ ਹੋਣ। ਇਵੇਂ ਕਦੇ ਬਾਦਸ਼ਾਹਾਂ ਦੇ ਪਰਿਵਾਰਾਂ 'ਚ ਹੁੰਦੇ ਸੀ, ਇੱਕ ਬੱਚੇ ਨੂੰ ਮਿਲਦਾ ਦੂਜੇ ਨੂੰ ਮਿਲ ਜਾਂਦਾ। ਕਈ ਵਾਰੀ ਉਮਰਾਂ ਲੰਘ ਜਾਂਦੀਆਂ ਸੀ, ਵਜ਼ੀਰ ਸੋਚਦੇ ਰਹਿੰਦੇ ਸੀ ਕਦੇ ਬਾਦਸ਼ਾਹ ਬਣ ਜਾਗੇ, ਵਾਰੀ ਨਹੀਂ ਸੀ ਆਉਂਦੀ। ਖੈਰ ਭਾਸਕਰ ਸਾਹਿਬ, ਮੈਨੂੰ ਲੱਗਦਾ ਵਿਰਾਮ ਦੇ ਦੇਣਾ ਚਾਹੀਦਾ ਇਸ ਤੋਂ ਪਹਿਲਾਂ ਕਿ ਲੋਕ ਡਾਂਗ ਫੜ ਕੇ ਕਹਿਣ ਹੁਣ ਚੁੱਪ ਕਰੋ ਕਿ ਚੁੱਪ ਕਰਾਉਣ ਆਈਏ। ਬਹੁਤ ਮਿਹਰਬਾਨੀ। ਧੰਨਵਾਦ ਜੀ।